ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਾਜੀਵ ਭਾਸਕਰ, ਸੀਨੀਅਰ ਜਰਨਲਿਸਟ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਦੇ ਵਿੱਚ ਹਾਹਾਕਾਰ ਆ ਅਕਾਲੀ ਦਲ ਦੇ ਨਜ਼ਰੀਓਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਖਾਰਜ ਕਰਤੀ ਗਈ ਆ ਔਰ ਜਿਹੜੀਆਂ ਕਨਸੂਆਂ ਨੇ ਪੁਲਿਸ ਦੇ ਐਂਗਲ ਤੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਦੇ ਨੇੜਲੇ ਤਕਲੀਫ 'ਚ ਨੇ, ਕਈਆਂ ਦੇ ਰੂਪੋਸ਼ ਹੋਣ ਦੀ ਖਬਰ ਆ ਰਹੀ ਆ ਔਰ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਇਸ ਪਰਚੇ ਨੇ ਅਕਾਲੀ ਦਲ ਦੀਆਂ ਮੁਸ਼ਕਲਾਂ 'ਚ ਬੇਸ਼ੁਮਾਰ ਵਾਧਾ ਕਰਤਾ ਹੈ। ਔਰ ਸਭ ਤੋਂ ਵੱਡੀ ਗੱਲ ਆ ਕਿ ਸਕੰਜਾ ਬਿਕਰਮ ਸਿੰਘ ਮਜੀਠੀਆ ਦੇ ਨੇੜਲਿਆਂ ਤੇ ਕੱਸਿਆ ਜਾ ਰਿਹਾ ਔਰ ਕਾਰੋਬਾਰਾਂ ਦੀਆਂ ਭਾਈਵਾਲੀਆਂ ਤੋਂ ਲੈ ਕੇ ਕਈ ਮਾਮਲਿਆਂ ਦੀ ਪੜਤਾਲ ਅੱਗੇ ਵਧਾਤੀ ਗਈ ਹੈ ਔਰ ਕਈ ਟੀਮਾਂ ਬਣਾਈਆਂ ਗਈਆਂ। ਸਾਡੇ ਸਰੋਤ ਜਿਹੜੇ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਨੇ ਉਹ ਖਬਰ ਦਿੰਦੇ ਨੇ ਕਿ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਸੈੱਲ ਕਾਇਮ ਕੀਤਾ ਗਿਆ ਜਿਹੜਾ ਵੱਖ-ਵੱਖ ਪੱਧਰਾਂ ਤੇ ਇੰਡੀਪੈਂਡੈਂਟ ਔਰ ਕਲੈਕਟਿਵ ਰੂਪ ਦੇ ਵਿੱਚ ਵੀ ਅੱਗੇ ਵਧ ਰਿਹਾ। ਇਹਦੀ ਅਗਵਾਈ ਡੀਜੀਪੀ ਪੰਜਾਬ ਕਰ ਰਿਹਾ ਔਰ ਨਾਲ ਦੀ ਨਾਲ ਐਸਆਈਟੀ ਮੁਕੰਮਲ ਤੌਰ ਤੇ ਕਈ ਟੀਮਾਂ ਬਣਾ ਕੇ ਇਸ ਜਾਂਚ ਨੂੰ ਅੱਗੇ ਵਧਾ ਰਹੀ ਹੈ। ਜ਼ਮਾਨਤ ਅਰਜੀ ਖਾਰਜ ਹੋਣ ਤੋਂ ਬਾਅਦ ਇਸ ਮਾਮਲੇ 'ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਬੇਸ਼ੱਕ ਬਿਕਰਮ ਸਿੰਘ ਮਜੀਠੀਆ ਤੁਰੰਤ ਪ੍ਰਭਾਵ ਨਾਲ ਹਾਈ ਕੋਰਟ ਦਾ ਰੁਖ ਕਰਨਗੇ। ਕੱਲ ਸਵੇਰ ਵੇਲੇ ਹੀ ਮੈਨੂੰ ਲੱਗਦਾ ਕਿ ਤੇ ਸੁਣਵਾਈ ਲਈ ਲੱਗ ਜੂਗੀ ਇਹ ਪਟੀਸ਼ਨ ਦਾਇਰ ਕਰਤੀ ਜਾਊਗੀ। ਲੇਕਿਨ ਜਿਨ੍ਹਾਂ ਆਧਾਰਾਂ ਦੇ ਉੱਤੇ ਇਹ ਪਟੀਸ਼ਨ ਥੱਲੇ ਦੀ ਅਦਾਲਤ ਵਿੱਚ ਰੱਦ ਹੋਈ ਹੈ, ਕੁਦਰਤੀ ਤੌਰ ਤੇ ਉੱਥੇ ਵੀ ਇਹ ਡਿਫੈਂਡ ਕਰਨੀ ਪਊਗੀ ਪੰਜਾਬ ਸਰਕਾਰ ਔਰ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ 'ਚ ਗਹਿ-ਗਚ ਬਹਿਸ ਹੋਣ ਦੀ ਸੰਭਾਵਨਾ ਹੈ, ਕਿਉਂਕਿ ਬੇਸ ਤਾਂ ਉਹੀ ਰਹੇਗਾ। ਐਫਆਈਆਰ ਦੇ ਆਧਾਰ ਦੇ ਉੱਤੇ ਹੀ ਸਾਰੀ ਗੱਲ ਅੱਗੇ ਵਧੇਗੀ ਔਰ ਜੇਕਰ ਸੈਸ਼ਨਜ਼ ਕੋਰਟ ਦੇ ਵਿੱਚੋਂ ਇਹ ਜ਼ਮਾਨਤ ਅਰਜੀ ਖਾਰਜ ਹੋਈ ਹੈ ਤਾਂ ਕੁਦਰਤੀ ਬਹੁਤ ਸਾਰੇ ਅਸਾਰ ਐਸੇ ਹੋਣਗੇ ਕਿ ਹਾਈ ਕੋਰਟ ਦੇ ਵਿੱਚ ਵੀ ਉਨ੍ਹਾਂ ਹੀ ਆਧਾਰਾਂ ਨੂੰ ਅੱਗੇ ਵਧਾਇਆ ਜਾਵੇ। ਸੋ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੂੰ ਕਾਫੀ ਮਸ਼ੱਕਤ ਕਰਨੀ ਪਏਗੀ, ਕਾਫੀ ਪਸੀਨਾ ਵਹਾਉਣਾ ਪਏਗਾ। ਨਾਲ ਦੀ ਨਾਲ ਹੀ ਸਾਹ ਸੂਲੀ ਟੰਗੇ ਰਹਿਣਗੇ ਅਕਾਲੀ ਲੀਡਰਸ਼ਿਪ ਜਿਹੜੀ ਬਿਕਰਮ ਮਜੀਠੀਆ ਦੇ ਨੇੜਲੇ ਨੇ। ਇਸ ਖਬਰ ਦੇ ਉੱਤੇ ਆਪਾਂ ਤੁਹਾਡੇ ਤੋਂ ਜਾਣਕਾਰੀ ਲੈਂਦੇ ਹਾਂ ਕਿ ਆਖਰ ਕੀ ਵਾਪਰ ਰਿਹਾ। ਲੇਕਿਨ ਦੂਜੇ ਬੰਨੇ ਕਾਂਗਰਸ ਦੇ ਵਿੱਚ ਵੀ ਸਭ ਅੱਛਾ ਨਹੀਂ ਹੈ। ਬੇਸ਼ੱਕ ਕੇਜਰੀਵਾਲ ਪੰਜਾਬ ਦੇ ਵਿੱਚ ਨੇ, ਬੇਸ਼ੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਔਰ ਕੇਜਰੀਵਾਲ ਦੇ ਵਿੱਚ ਕਿਸੇ ਗੱਲ ਅੱਗੇ ਵਧਣ ਦੀ ਗੱਲ ਚੱਲ ਰਹੀ ਹੈ, ਲੇਕਿਨ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਆਪਣੀ ਸਿਆਸਤ ਚਲਾ ਰਹੇ ਆ, ਜਿਸ ਤਰੀਕੇ ਨਾਲ ਉਹ ਵੱਖ-ਵੱਖ ਥਾਵਾਂ ਤੇ ਉਮੀਦਵਾਰਾਂ ਦੇ ਪਿੱਛੇ ਖੜਦੇ ਨਜ਼ਰ ਆ ਰਹੇ ਆ, ਸੋ ਸਕਰੀਨਿੰਗ ਕਮੇਟੀਆਂ ਬੇਮਾਨੇ ਹੁੰਦੀਆਂ ਕਿਸੇ ਵੇਲੇ ਲੱਗਦੀਆਂ ਨੇ। ਉਹਨਾਂ ਨੇ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਖਾਸ ਤੌਰ ਤੇ ਕਹਿਤਾ ਕਿ ਮੇਰੇ ਆਖਰੀ ਖੂਨ ਦੇ ਕਤਰੇ ਤੱਕ ਮੈਂ ਇਹਨੂੰ ਡਿਫੈਂਡ ਕਰਾਂਗਾ। ਉਹਨਾਂ ਨੇ ਨਾਗਰਾ ਔਰ ਜਿਹੜੇ ਖੇਤੀਬਾੜੀ ਵਜ਼ੀਰ ਨੇ ਉਹਨਾਂ ਨੂੰ ਵੀ ਕਿਹਾ ਕਿ ਇਹੀ ਉਮੀਦਵਾਰ ਹੋਣਗੇ। ਇਸੇ ਤਰੀਕੇ ਨਾਲ ਉਹਨਾਂ ਨੇ ਹੋਰ ਵੀ ਕਈ ਪੱਧਰਾਂ ਦੇ ਉੱਤੇ, ਜਿਵੇਂ ਰਾਣਾ ਗੁਰਜੀਤ ਨਾਲ ਉਹਨਾਂ ਦੇ ਸਿੰਘ ਫਸ ਗਏ, ਇੱਧਰ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ 'ਚ ਕਈ ਥਾਵਾਂ ਤੇ ਐਸੀਆਂ ਘਟਨਾਵਾਂ ਨੇ। ਸੋ ਕਾਂਗਰਸ ਵਿੱਚ ਸਭ ਅੱਛਾ ਨਹੀਂ ਹੈ। ਇੱਕ ਮੀਟਿੰਗ ਹੁੰਦੀ ਆ, ਇਕੱਠੇ ਬੈਠਦੇ ਆ, ਉਸ ਤੋਂ 2 ਦਿਨ ਬਾਅਦ 1 ਦਿਨ ਬਾਅਦ ਫਿਰ ਉਹੀ ਚਾਲ ਚੱਲਦੀ ਹੈ। ਸਭ ਤੋਂ ਪਹਿਲਾਂ ਮੈਨੂੰ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਖਾਰਜ ਹੋਣ ਤੇ ਆਪਣਾ ਵਿਊ ਪੁਆਇੰਟ ਦਿਓ। ਰੰਧਾਵਾ ਜੀ, ਜਿਸ ਤਰੀਕੇ ਨਾਲ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਅੱਧੀ ਰਾਤ ਨੂੰ ਕੇਸ ਕੀਤਾ ਗਿਆ ਸੀ, ਉਸ ਤੋਂ ਬਾਅਦ ਲਗਾਤਾਰ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਮੁਸ਼ਕਿਲਾਂ ਵਧੀ ਹੋਈ ਸੀ। ਅੱਜ ਉਹ ਮੁਸ਼ਕਿਲਾਂ ਹੋਰ ਵੱਧ ਗਈ ਜਦ ਅਦਾਲਤ ਦੇ ਵਿੱਚ ਪੂਰੇ ਦਿਨ ਦੀ ਬਹਿਸ ਤੋਂ ਬਾਅਦ ਸ਼ਾਮੀ 6:05 ਦੇ ਕਰੀਬ ਫਾਈਨਲ ਫੈਸਲਾ ਆਇਆ ਕਿ ਵੀ ਉਹਨਾਂ ਦੀ ਜਿਹੜੀ ਜ਼ਮਾਨਤ ਦੀ ਅਰਜੀ ਹੈ ਉਹ ਰਿਜੈਕਟ ਕਰ ਦਿੱਤੀ ਗਈ ਹੈ। ਬਿਲਕੁਲ ਉਹਨਾਂ ਦੇ ਵਕੀਲ ਨੇ ਵੀ ਇਹ ਗੱਲ ਕਹੀ ਕਿ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ। ਹੁਣ ਹਾਈ ਕੋਰਟ ਦਾ ਰੁਖ ਕਰਨ ਦੇ ਵਿੱਚ ਕਿਹਾ ਜਾਂਦਾ ਹੈ ਕਿ 10 ਕੁ ਦਿਨ ਦੀ ਸ਼ਾਇਦ ਹਾਈ ਕੋਰਟ ਦੇ ਵਿੱਚ ਛੁੱਟੀਆਂ ਵੀ ਆ ਗਈਆਂ ਔਰ ਉਹ ਛੁੱਟੀਆਂ ਕਰਕੇ ਕਿਤੇ ਹੋਰ ਡਿਲੇ ਨਾ ਹੋ ਜਾਏ ਔਰ ਜਿਹੜੀ ਮੁਸੀਬਤਾਂ ਖਾਸ ਕਰਕੇ ਅਗਰਿਮ ਜ਼ਮਾਨਤ ਦੀ ਜਿਹੜੀ ਗੱਲ ਚੱਲ ਰਹੀ ਹੈ ਉਹ ਕਿਤੇ ਡਿਲੇ ਨਾ ਹੋ ਜਾਏ, ਕਿਉਂਕਿ ਛੁੱਟੀਆਂ ਦੇ ਦੌਰਾਨ ਹਾਈ ਕੋਰਟ ਸਿਰਫ ਉਹਨਾਂ ਕੇਸਾਂ ਨੂੰ ਐਡਮਿਟ ਕਰਦਾ ਹੈ ਜਿਹਦੇ ਵਿੱਚ ਕੋਈ ਅਰਜੈਂਸੀ ਹੁੰਦੀ ਹੈ। ਹੁਣ ਹਾਈ ਕੋਰਟ ਇਸ ਕੇਸ ਦੇ ਵਿੱਚ ਕਿੰਨੀ ਕੁ ਅਰਜੈਂਸੀ ਸਮਝਦਾ ਹੈ ਇਹ ਹਾਈ ਕੋਰਟ ਦੇ ਉੱਤੇ ਡਿਪੈਂਡ ਕਰਦਾ ਹੈ। ਪਰ ਫਿਲਹਾਲ ਜਿਹੜੇ ਬਿਕਰਮ ਸਿੰਘ ਮਜੀਠੀਆ ਅੰਡਰਗਰਾਊਂਡ ਚੱਲ ਰਹੇ ਨੇ ਉਹਨਾਂ ਨੂੰ ਸ਼ਾਇਦ ਕੁਝ ਹੋਰ ਦਿਨ ਅੰਡਰਗਰਾਊਂਡ ਰਹਿਣਾ ਹੀ ਪਏਗਾ ਜਾਂ ਫਿਰ ਸਾਹਮਣੇ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਪਏਗੀ। ਜੇ ਸਾਹਮਣੇ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰਦੇ ਨੇ ਤੇ ਉਹਨਾਂ ਨੂੰ ਅਰੈਸਟ ਕਰ ਲਿੱਤਾ ਜਾਏਗਾ, ਜਿਹਦੇ ਤੋਂ ਬਚਣ ਦੀ ਕੋਸ਼ਿਸ਼ ਉਹ ਲਗਾਤਾਰ ਕਰ ਰਹੇ ਹਨ। ਅਕਾਲੀ ਦਲ ਵਾਸਤੇ ਬਿਲਕੁਲ ਮੁਸੀਬਤਾਂ ਵੱਧ ਰਹੀਆਂ ਔਰ ਇਹ ਮੁਸੀਬਤਾਂ ਉਹਨਾਂ ਵਾਸਤੇ ਅੱਗੇ ਚੱਲ ਕੇ ਡਰੱਗ ਦੇ ਮੁੱਦੇ ਦੇ ਉੱਤੇ ਸਾਫ਼ ਸਫਾਈ ਲੋਕਾਂ ਦੀ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਵਿੱਚ ਜਿਹੜੀ ਮੁਸ਼ਕਿਲਾਂ ਆਣੀ ਹੈ ਉਹ ਇੱਕ ਵੱਖਰੇ ਕਿਸਮ ਦੀ ਮੁਸ਼ਕਿਲ ਹੈ। ਇਲੈਕਸ਼ਨ ਦਾ ਦੌਰ ਹੈ। ਇਲੈਕਸ਼ਨ ਦੇ ਵਿੱਚ ਜਦ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ
ਔਰ ਜੀ ਉਸ ਇਲਜ਼ਾਮ ਦੀ ਸਫਾਈ ਤੁਸੀਂ ਲੋਕਾਂ ਦੀ ਅਦਾਲਤ ਦੇ ਵਿੱਚ ਦੇਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਹੋ। ਇਸ ਮੁੱਦੇ ਨੂੰ ਇਲੈਕਸ਼ਨ ਦੇ ਵਿੱਚ ਸਿੰਪੈਥੀ ਦੇ ਤੌਰ ਤੇ ਕਿੱਦਾਂ ਭੁਨਾਣਾ ਹੈ, ਇਹ ਵੀ ਅਕਾਲੀ ਦਲ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ, ਕਿਉਂਕਿ ਸਿੰਪੈਥੀ ਵਾਲੀ ਗੱਲ ਫਿਲਹਾਲ ਬਹੁਤੀ ਨਜ਼ਰ ਨਹੀਂ ਆਈ। ਪਰ ਹਾਂ, ਜੇ ਸਹੀ ਤਰੀਕੇ ਨਾਲ ਲੋਕਾਂ ਦੀ ਅਦਾਲਤ ਵਿੱਚ ਇਹ ਗੱਲ ਰੱਖੀ ਗਈ ਔਰ ਅਕਾਲੀ ਦਲ ਇਸ ਗੱਲ ਦੇ ਉੱਤੇ ਲੋਕਾਂ ਨੂੰ ਕਨਵਿੰਸ ਕਰਨ ਦੇ ਵਾਸਤੇ ਕਾਮਯਾਬ ਹੋ ਗਿਆ ਤੇ ਜੀ ਜ਼ਰੂਰ ਪਾਸਾ ਪਲਟ ਸਕਦਾ ਹੈ। ਪਰ ਫਿਲਹਾਲ ਇਸ ਗੱਲ ਦੀ ਉਮੀਦ ਘੱਟ ਹੈ। ਮੈਂ ਨਾਲ ਨਾਲ ਦੇਖਣ ਦੀ ਕੋਸ਼ਿਸ਼ ਤਾਂ ਕਰ ਰਿਹਾ ਕਿ ਹਾਈ ਕੋਰਟ ਦੇ ਵਿੱਚ ਸੱਚਮੁੱਚ ਛੁੱਟੀਆਂ ਹੋ ਗਈਆਂ ਅੱਜ ਤੋਂ, ਜਾਂ ਇਹ ਕਦੋਂ ਤੱਕ ਨੇ, ਮੈਂ ਜਾਣਕਾਰੀ ਤਾਂ ਨਹੀਂ ਲੈ ਪਾਇਆ। ਲੇਕਿਨ ਜਦੋਂ ਤੁਸੀਂ ਗੱਲ ਕਰ ਰਹੇ ਹੋਵੋਗੇ ਇੱਕ ਵਾਰੀ ਫਿਰ ਮੈਂ ਐਫਰਟਸ ਲਾਉਣਾ, ਇੱਕ ਯਤਨ ਕਰਦਾ ਕਿ ਅਸੀਂ ਦੇਖ ਸਕੀਏ। ਲੇਕਿਨ ਤੁਹਾਡੀ ਗੱਲ ਠੀਕ ਆ ਕਿ ਬਿਕਰਮ ਮਜੀਠੀਆ ਬੇਸ਼ੱਕ ਰੂਪੋਸ਼ ਰਹਿਣਗੇ ਜਾਂ ਅੰਡਰਗਰਾਉਂਡ ਰਹਿਣਗੇ, ਲੇਕਿਨ ਉਹਨਾਂ ਨਾਲ ਜੁੜੇ ਬਾਕੀ ਲੋਕਾਂ ਲਈ ਤਾਂ ਤਕਲੀਫ ਵਧੂਗੀ ਨਾ। ਜਦੋਂ ਕਿਸੇ ਵੀ ਤਰ੍ਹਾਂ ਦੀ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਹੋਵੇਗੀ ਤਾਂ ਉਦੋਂ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਕੋਲ ਇਹ ਮੌਕਾ ਹੋਊਗਾ ਕਿ ਉਹ ਇਸ ਕੇਸ ਦਾ ਵਿਸਥਾਰ ਕਰਨ, ਇਹਦੇ ਨਾਲ ਜੁੜਦੇ ਬਾਕੀ ਸਾਰੇ ਪਹਿਲੂ ਉਹਨਾਂ ਦੇ ਉੱਤੇ ਅੱਗੇ ਵਧਣ। ਕੁਦਰਤੀ ਤੌਰ ਤੇ ਜਿਵੇਂ ਇਹਦੇ ਨਾਲ ਡਰੱਗ ਰੈਕਟ ਦੇ ਨਾਲ ਸੈਂਡ ਮਾਈਨਿੰਗ ਔਰ ਮਾਫੀਆਜ਼ ਨੂੰ ਜੋੜਿਆ ਗਿਆ, ਜਿਸ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੱਬ ਕੀਤਾ ਗਿਆ, ਔਰ ਜੇ ਇਹਨਾਂ ਚੀਜ਼ਾਂ ਨੂੰ ਸੱਚਮੁੱਚ ਸਮਨਿੰਗ ਦੇ ਰੂਪ ਦੇ ਵਿੱਚ ਕਰ ਲਿਆ ਜਾਵੇ। ਹਾਲਾਂਕਿ ਮੇਰੇ ਕੋਲੇ, ਮੈਂ ਇਹਦੀ ਪੁਸ਼ਟੀ ਤਾਂ ਨਹੀਂ ਕਰਦਾ, ਪਰ ਮੇਰੇ ਕੋਲ ਇਸ ਤਰ੍ਹਾਂ ਦੀ ਇੱਕ ਰਿਪੋਰਟ ਹੈ ਕਿ 2 ਤੋਂ ਵੱਧ ਵੱਡੇ ਅਕਾਲੀ ਆਗੂਆਂ ਨੂੰ ਪੁਲਿਸ ਨੇ ਤਲਬ ਕੀਤਾ, ਸਮਨ ਕੀਤਾ ਹੈ, ਉਹਨਾਂ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਕਿਹਾ। ਇੱਕ ਧੁਰ ਮਾਲਵੇ ਤੋਂ ਨੇ, ਔਰ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰਿਆਂ ਤੇ ਤਿੱਖੀ ਨਜ਼ਰ ਆ ਪੰਜਾਬ ਪੁਲਿਸ ਦੀ ਉਸ SIT ਦੀ, ਕਿਉਂਕਿ ਜਿੰਨਾ ਵਿਸਥਾਰ ਇਸ ਕੇਸ ਦਾ FIR ਦੇ ਵਿੱਚ ਆ, ਉਹਦੇ ਨਾਲ 3 ਗੁਣਾ 2 ਗੁਣਾ ਇਹਨੂੰ ਸਪਲੀਮੈਂਟਰੀ ਰੱਖਿਆ ਗਿਆ, ਔਰ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ। ਤੁਹਾਨੂੰ ਯਾਦ ਹੋਣਾ ਕਿ ED ਵਾਲੇ ਸਰਦਾਰ ਨਰਿੰਜਨ ਸਿੰਘ ਨੂੰ ਵੀ ਇੱਕ ਵਾਰੀ ਸਲਾਹ ਲਈ ਬੁਲਾਇਆ ਗਿਆ, ਉਹਨਾਂ ਦੀ ਰਾਏ ਲਈ ਗਈ ਹੈ, ਔਰ STF ਦੇ ਚੀਫ ਨੇ ਵੀ SIT ਦੇ ਨਾਲ ਆਪਣੀ ਗੱਲ ਰੱਖੀ ਆ। ਸ਼ਾਇਦ ਜਿਹੜੇ DGP ਆ ਉਹਨਾਂ ਨਾਲ ਵੀ ਇਹਨਾਂ ਦੋਨਾਂ ਦੀ ਇੱਕ ਮੁਲਾਕਾਤ ਹੋਈ ਆ। ਇਹ ਬਹੁਤ ਜ਼ਿਆਦਾ ਅਹਿਮ ਹੋ ਗਿਆ ਇਸ ਵੇਲੇ ਕਿ ਕੇਸ ਕਿਸ ਦਿਸ਼ਾ 'ਚ ਜਾਂਦਾ। ਤੁਸੀਂ ਠੀਕ ਕਹਿ ਰਹੇ ਹੋ, ਇੱਕ ਕੇਸ ਅਦਾਲਤਾਂ 'ਚ ਨਿਪਟਿਆ ਜਾਣਾ ਇੱਕ ਇਨਵੈਸਟੀਗੇਸ਼ਨ ਦੇ ਨਜ਼ਰੀਏ ਤੋਂ ਆ, ਔਰ ਤੀਜਾ ਕੇਸ ਪੰਜਾਬ ਦੇ ਲੋਕਾਂ ਦੀ ਅਦਾਲਤ ਵਿੱਚ ਹੈ, ਕਿਉਂਕਿ ਚੋਣ ਮੁਹਿੰਮ ਤੇ ਨੇ ਸੁਖਬੀਰ ਸਿੰਘ ਬਾਦਲ। ਅੱਜ ਬੇਸ਼ੱਕ ਅਕਾਲੀ ਦਲ ਨੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਦਰ ਮਕਾਮਾਂ ਤੇ ਧਰਨੇ ਦਿੱਤੇ ਆ, ਪਰ ਉਹਨਾਂ ਧਰਨਿਆਂ ਦਾ ਕੋਈ ਬਹੁਤਾ ਅਸਰ ਹੁੰਦਾ ਨਹੀਂ। ਇਸ ਕੇਸ ਦੇ ਵਿੱਚ ਕੋਈ ਖਾਸ ਸਿੰਪਥੀ ਲੋਕਾਂ ਦੀ ਮਿਲੀ ਨਹੀਂ। ਇਹ ਪਹਿਲੀ ਵਾਰੀ ਸ਼ਾਇਦ ਹੋ ਰਿਹਾ ਕਿ ਜਿਹੜੀ ਸਿਆਸੀ ਬਦਲਾਖੋਰੀ ਦੀ ਤਸਵੀਰ ਬਣਾਈ ਗਈ ਸੀ ਉਹ ਪ੍ਰਵਾਨ ਨਹੀਂ ਹੋਈ, ਲੋਕਾਂ ਨੇ ਬਹੁਤਾ ਇਹਨੂੰ ਮਨ ਤੇ ਚੱਕਿਆ ਨਹੀਂ। ਜੇ ਇਮਾਨਦਾਰਾਨਾ ਗੱਲ ਕਰੋਗੇ ਤਾਂ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ, ਤੇ ਨਾਲ ਅਕਾਲੀ ਦਲ ਨੂੰ ਵੀ ਇਸ ਗੱਲ ਨੂੰ ਡਿਫੈਂਡ ਕਰਨਾ ਔਖਾ ਹੋਇਆ। ਭਾਵੇਂ ਕੱਲ ਉਹਨਾਂ ਨੇ ਆਪਣੀ ਕੋਰ ਕਮੇਟੀ 'ਚ ਦਾ ਜ਼ਿਕਰ ਨਹੀਂ ਕੀਤਾ, ਉਹ ਇਸ ਕੇਸ ਤੋਂ ਬਚਦੇ ਵੀ ਨਜ਼ਰ ਆਉਂਦੇ ਆ, ਲੇਕਿਨ ਕਿਉਂਕਿ ਕਰੀਬ ਦੀ ਰਿਸ਼ਤੇਦਾਰੀ ਆ, ਜੇ ਤੁਸੀਂ ਉੱਥੇ ਖੜੋਗੇ ਨਹੀਂ ਤੇ ਕੱਲ ਨੂੰ ਤੁਸੀਂ ਕਟਾਰੇ 'ਚ ਪਰਿਵਾਰ ਦੇ ਵਿੱਚ ਵੀ ਆਓਗੇ। ਬੜੇ ਵੱਡੇ ਸੰਕਟ ਨੇ ਪ੍ਰਕਾਸ਼ ਸਿੰਘ ਬਾਦਲ ਦਾ ਬਾਹਰ ਨਿਕਲਣਾ। ਸੋ ਇਹ ਜੇ ਮੰਨ ਲਓ ਅੰਡਰਗਰਾਉਂਡ ਬਿਕਰਮ ਮਜੀਠੀਆ ਰਹਿੰਦੇ ਆ ਤੇ ਉਹਨਾਂ ਦੇ ਨਾਲ ਵਾਲੇ ਜਿਹੜੇ ਬਾਕੀ ਸਾਥੀ ਨੇ, ਕਿਉਂਕਿ ਉਹਨਾਂ ਦਾ ਇੱਕ ਪੂਰੇ ਦਾ ਪੂਰਾ ਸਮਾਨਾਂਤਰ ਅਕਾਲੀ ਦਲ ਚੱਲਦਾ ਸੀ, ਉਹ ਭਾਵੇਂ ਜੋਤ ਦੇ ਰੂਪ ਸੀ, SY ਦੇ ਰੂਪ 'ਚ ਸੀਗਾ, ਉਹਨਾਂ ਸਾਰਿਆਂ ਦੀਆਂ ਬਹੁਤ ਨੇੜਤਾਵਾਂ ਸੀ ਮਜੀਠੀਆ ਨਾਲ। ਪੁਲਿਸ ਕਿੱਥੋਂ ਕਿੱਥੋਂ ਤੱਕ ਜਾ ਸਕਦੀ ਆ, ਕਿਉਂਕਿ ਬਹੁਤ ਸਾਰੇ ਨਿੱਜੀ ਸੰਪਰਕ ਹੋਣਗੇ, ਔਰ ਸਾਰੇ ਗਲਤ ਵੀ ਤਾਂ ਨਹੀਂ ਹੋ ਸਕਦੇ, ਲੇਕਿਨ ਕਿੰਨਾ ਤੇ ਹੱਥ ਪਾਇਆ ਜਾਊਗਾ ਜਾਂ ਕਿੰਨਾ ਨੂੰ ਤਲਬ ਕੀਤਾ ਜਾਊਗਾ, ਇਹ ਵੀ ਅਹਿਮ ਸਵਾਲ ਆ, ਔਰ ਉਹਦਾ ਅਕਾਲੀ ਦਲ ਤੇ ਕਿੰਨਾ ਅਸਰ ਹੋਊਗਾ। ਰੰਧਾਵਾ ਜੀ, ਸਭ ਤੋਂ ਪਹਿਲੀ ਗੱਲ ਹੈ ਜਿਹੜੀ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਅੱਜ ਆਪਣੀ ਅਰਜੀ ਮੋਹਾਲੀ ਕੋਰਟ ਦੇ ਵਿੱਚ ਲਾਈ ਸੀ, ਉਹਦਾ ਬੇਸ ਬਣਾਇਆ ਸੀਗਾ ਕਿ ਮੇਰੇ ਖਿਲਾਫ ਇਹ ਜਿਹੜਾ ਕੇਸ ਕੀਤਾ ਗਿਆ ਉਹ ਪੋਲੀਟੀਕਲ ਵੈਂਡੇਟਾ ਦੇ ਕਰਕੇ ਕੀਤਾ ਗਿਆ, ਔਰ ਇਹਨਾਂ ਗੱਲਾਂ ਦੀ ਕਈ ਵਾਰ ਸਿਆਸੀ ਸਟੇਜਾਂ ਤੋਂ ਵੀ ਗੱਲਾਂ ਹੋਈਆਂ। ਉਹਨਾਂ ਨੇ ਇੱਕ ਸਿੱਧੂ ਉਹਨਾਂ ਦੀ ਵੀ ਟੇਪ ਔਰ ਟਵੀਟ ਉਹ ਵੀ ਅਦਾਲਤ ਵਿੱਚ ਪੇਸ਼ ਕੀਤੇ। ਕੁਲਵੀਰ ਸਿੰਘ ਜੀਰਾ ਉਹਨਾਂ ਦਾ ਵੀ ਉਹ ਬਿਆਨ ਪੇਸ਼ ਕੀਤਾ ਜਿਹਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ ਕੋਈ ਵਕੀਲ ਇਹਨਾਂ ਦਾ ਕੇਸ ਨਾ ਲੜੇ। ਔਰ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਜਾਂ ਫਿਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਵੀ ਬਿਆਨ ਵੀਡੀਓ ਦੇ ਰੂਪ ਵਿੱਚ ਉਹਨਾਂ ਨੇ ਅਦਾਲਤ ਵਿੱਚ ਪੇਸ਼ ਕੀਤਾ ਸੀਗਾ, ਆਪਣੀ ਗੱਲ ਨੂੰ ਸਾਬਿਤ ਕਰਨ ਵਾਸਤੇ ਕਿ ਮੇਰੇ ਖਿਲਾਫ ਜਿਹੜਾ ਕੇਸ ਕੀਤਾ ਗਿਆ ਉਹ ਸਿਆਸੀ ਮਨਸ਼ਾ ਦੇ ਅਧੀਨ ਕੀਤਾ ਗਿਆ। ਮੈਨੂੰ ਇਹ ਲੱਗਦਾ ਹੈ ਕਿ ਅਦਾਲਤ ਨੇ ਜਦ ਉਹਨਾਂ ਦੀ ਅਰਜੀ ਨੂੰ ਖਾਰਜ ਕੀਤਾ, ਉਹ ਵੀ ਇੱਕ ਵੱਡੀ ਬਹਿਸ ਤੋਂ ਬਾਅਦ ਦੋਨੋਂ ਪੱਖਾਂ ਨੇ ਵੱਡੀ ਬਹਿਸ ਕੀਤੀ, ਆਪਣੇ ਆਪਣੇ ਤੱਥ ਦਿੱਤੇ, ਉਹਨਾਂ ਤੱਥ ਤੋਂ ਬਾਅਦ ਉਹ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ। ਔਰ ਜਿੱਦਾਂ ਮੈਂ ਪਹਿਲੇ ਵੀ ਦੱਸ ਚੁੱਕਿਆ ਕਿ ਸ਼ਾਮੀ 6 ਵਜੇ ਤੋਂ ਬਾਅਦ ਉਹ ਸਿਰਫ ਫੈਸਲਾ ਸੁਣਾਇਆ ਗਿਆ ਕਿ ਉਹਨਾਂ ਦੀ ਅਰਜੀ ਨੂੰ ਖਾਰਜ ਕੀਤਾ ਜਾਂਦਾ ਹੈ। ਹੁਣ ਇਹ ਗੱਲ ਹੈਗੀ ਹੈ ਕਿ ਜਿਹੜੀ FIR ਲਿਖੀ ਗਈ ਹੈ 49 ਪੇਜ ਦੀ, ਉਹਦੇ ਨਾਲ 150 ਪੇਜ ਦੇ ਕਾਗਜ਼ਾਤ ਹੋਰ ਵੀ ਲਾਏ ਗਏ ਨੇ, ਜਿਹਦੇ ਵਿੱਚ ਸੈਂਡ ਮਾਫੀਆ ਨਾਲ ਵੀ ਇਸ ਨੂੰ ਲਿੰਕ ਕੀਤਾ ਗਿਆ ਹੈ।
ਇਨਵੈਸਟੀਗੇਸ਼ਨ ਤੇ ਹਜੇ ਪੰਜਾਬ ਪੁਲਿਸ ਦੇ ਪੱਧਰ ਤੇ ਸ਼ੁਰੂ ਹੋਈ ਹੈ। ਜੀ ਕਿੰਨੀ ਕੁ ਡੂੰਘਾਈ ਦੇ ਨਾਲ ਇਹ ਇਨਵੈਸਟੀਗੇਸ਼ਨ ਚੱਲਦੀ ਹੈ, ਇਹ ਤੇ ਅੱਗੇ ਚੱਲ ਕੇ ਪਤਾ ਲੱਗੇਗਾ। ਪਰ ਹਾਂ, ਇਸ ਗੱਲ ਦੇ ਉੱਤੇ ਸਿਆਸਤ ਜਾਰੀ ਹੈ। ਜੀ ਚੰਨੀ ਉਹਨਾਂ ਨੇ ਤੇ ਇੱਥੇ ਤੱਕ ਬਿਆਨ ਦੇ ਦਿੱਤਾ ਵੀ ਸਿਰਸੇ ਉਹਨਾਂ ਨੇ, ਮਨਜਿੰਦਰ ਸਿੰਘ ਸਿਰਸੇ ਉਹਨਾਂ, ਜਿਹੜੇ ਹੁਣੇ ਬੀਜੇਪੀ 'ਚ ਸ਼ਾਮਿਲ ਹੋਏ ਨੇ, ਉਹ ਕਹਿੰਦੇ ਨੇ ਜੀ ਕੇਜਰੀਵਾਲ ਉਹਨਾਂ ਦੀ ਤੇ ਮਜੀਠੀਆ ਦੀ ਸੈਟਿੰਗ ਕਰਾਈ ਹੈ ਸਿਰਸੇ ਉਹਨਾਂ ਨੇ। ਗੁੱਸਾ ਜੀ ਤੇ ਸਿਰਸੇ ਉਹਨਾਂ ਨੂੰ ਚੜ੍ਹਨਾ ਹੀ ਸੀਗਾ। ਉਹਨਾਂ ਨੇ ਕੇਜਰੀਵਾਲ ਨੂੰ ਵਾਰਨਿੰਗ ਦੇ ਦਿੱਤੀ, ਜਾਂ ਤੇ ਇਹ ਗੱਲ ਸਾਬਿਤ ਕਰਕੇ ਦਿਖਾਏ, ਨਹੀਂ ਜੀ ਤੇ ਮਾਫੀ ਮੰਗੇ, ਵਰਨਾ ਡੈਫੇਮੇਸ਼ਨ ਦਾ ਕੇਸ ਪਾਊਂਗਾ। ਦੂਜੇ ਜੀ ਪਾਸੇ ਜਿਹੜਾ ਲੁਧਿਆਣਾ ਦੇ ਵਿੱਚ ਬੰਬ ਬਲਾਸਟ ਹੋਇਆ ਸੀਗਾ, ਉਹਦੇ ਵਿੱਚ ਵੀ ਚੰਨੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜਦ ਤੋਂ ਅਸੀਂ ਮਜੀਠੀਆ ਉਹਨਾਂ ਦੇ ਖਿਲਾਫ ਕੇਸ ਕੀਤਾ ਹੈ, ਭਾਵੇਂ ਬੇਅਦਬੀ ਦੀ ਘਟਨਾਵਾਂ ਹੋਣ ਜਾਂ ਫਿਰ ਲੁਧਿਆਣੇ ਦੇ ਵਿੱਚ ਬੰਬ ਬਲਾਸਟ, ਇਹ ਵੀ ਉਸ ਤੋਂ ਬਾਅਦ ਹੀ ਜ਼ਿਆਦਾ ਪੁਰਜ਼ੋਰ ਤਰੀਕੇ ਨਾਲ ਅਸ਼ਾਂਤੀ ਫੈਲਾਉਣ ਵਾਲੀ ਗਤੀਵਿਧੀਆਂ ਵਧੀ ਹੈ। ਜੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਹੈ, ਜਾਂ ਉਹ ਇਹਨਾਂ ਦੋਨੋਂ ਗੱਲਾਂ ਨੂੰ ਕਿਸ ਤਰੀਕੇ ਨਾਲ ਲਿੰਕ ਕਰਦੇ ਹੈ, ਇਹ ਤੇ ਨਹੀਂ ਪਤਾ। ਪਰ ਜਿਹੜੀ ਸਿਆਸਤ ਇਸ ਮੁੱਦੇ ਤੇ ਹੋਣੀ ਸ਼ੁਰੂ ਹੋ ਗਈ ਹੈ, ਜਾਂ ਪਹਿਲੇ ਵੀ ਹੋ ਰਹੀ ਸੀ, ਉਹ ਜ਼ਰੂਰ ਕੋਰਟ ਦੀ ਨਜ਼ਰ ਦੇ ਵਿੱਚ ਇੱਕ ਤਰੀਕੇ ਨਾਲ ਸਿਆਸੀ ਮਨਸ਼ਾ ਸਾਬਿਤ ਕਰਨਗੇ। ਜਦ ਕਿ ਮਜੀਠੀਆ ਹੋਣਾ, ਉਹਦੇ ਵਿੱਚ ਉਹਨਾਂ ਨੂੰ ਮਦਦ ਮਿਲ ਸਕਦੀ ਹੈ। ਔਰ ਦੂਜੀ ਗੱਲ, ਅੱਜ ਕੇਜਰੀਵਾਲ ਉਹਨਾਂ ਪੰਜਾਬ ਦੇ ਦੌਰੇ ਦੇ ਵਿੱਚ ਸੀਗੇ, ਜੀ ਉਹਨਾਂ ਨੇ ਪੁਲਿਸ ਨੂੰ ਪ੍ਰੋਟੈਕਟ ਕਰਨ ਦੀ ਗਾਰੰਟੀ ਦਿੱਤੀ ਹੈ ਕਿ ਪੁਲਿਸ ਦੇ ਕੰਮ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੇ ਅਸੀਂ ਕੋਈ ਦਖਲ ਨਹੀਂ ਦੇਵਾਂਗੇ। ਹਾਲਾਂਕਿ ਉਹਨਾਂ ਨੇ ਭਰਤੀ ਪ੍ਰਕਿਰਿਆ ਦੇ ਉੱਤੇ ਵੀ ਇੱਕ ਸਵਾਲ ਚਿੰਨ੍ਹ ਲਾਇਆ। ਉਹਨਾਂ ਨੇ ਕਿਹਾ ਐਸਐਸਪੀ ਦੀ ਭਰਤੀ, ਹਾਲਾਂਕਿ ਐਸਪੀ ਦੀ, ਡੀਐਸਪੀ ਦੀ ਭਰਤੀ ਪੰਜਾਬ ਦੇ ਵਿੱਚ ਕਦੀ ਡਾਇਰੈਕਟਲੀ ਨਹੀਂ ਹੁੰਦੀ। ਜਦ ਉਹ ਐਸਐਸਪੀ ਦੀ ਭਰਤੀ ਦੀ ਗੱਲ ਕਰਦੇ ਸੀਗੇ ਤੇ ਜਾਂ ਤੇ ਉਹਨਾਂ ਨੂੰ ਰਿਕਰੂਟਮੈਂਟ ਦੇ ਪ੍ਰੋਸੈਸ ਦਾ ਪਤਾ ਹੀ ਨਹੀਂ, ਕਿਉਂਕਿ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਉਹਨਾਂ ਦੇ ਹੱਥ 'ਚ ਨਹੀਂ ਹੈਗੀ, ਉਹਨਾਂ ਦੇ ਅੰਡਰ ਨਹੀਂ ਹੈਗੀ। ਸ਼ਾਇਦ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਐਸਪੀ, ਐਸਐਸਪੀ ਜਾਂ ਡੀਐਸਪੀ ਲੈਵਲ ਦੇ ਡਾਇਰੈਕਟ ਭਰਤੀਆਂ ਜਾਂ ਉਸ ਭਰਤੀ ਸਿਰਫ ਕਾਂਸਟੇਬਲ ਦੀ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਰਿਕਰੂਟਮੈਂਟ ਹੁੰਦੀ ਹੈ ਜਾਂ ਫਿਰ ਪੂਰਾ ਐਗਜ਼ਾਮ ਦੇਣ ਤੋਂ ਬਾਅਦ ਕੋਈ ਇੰਸਪੈਕਟਰ ਬਣਦਾ ਹੈ, ਉਹ ਡਾਇਰੈਕਟ ਰਿਕਰੂਟਮੈਂਟ ਹੁੰਦੀ ਹੈ। ਫਿਰ ਉਹ ਆਪਣੀ ਦੂਜੀ ਗਾਰੰਟੀ ਦੇ ਵਿੱਚ ਇਹ ਕਹਿੰਦੇ ਨੇ ਕਿ ਅਸੀਂ ਫੌਜ ਨੂੰ ਆਧੁਨਿਕ ਜਿਹੜੇ ਇਕਵਿਪਮੈਂਟਸ ਦਵਾਵਾਂਗੇ, ਜਿਹਦੇ ਕਰਕੇ ਡਰੋਨ ਨੂੰ ਉੱਤੇ ਹੀ ਮਾਰਿਆ ਜਾ ਸਕੇ। ਹੁਣ ਉਹਨਾਂ ਨੂੰ ਪੁੱਛੋ ਕਿ ਉਹ ਪੰਜਾਬ ਦੇ ਇਲੈਕਸ਼ਨ ਲੜ ਰਹੇ ਹੈ ਕਿ ਕੇਂਦਰ ਦੇ ਇਲੈਕਸ਼ਨ ਲੜ ਰਹੇ ਹੈ। ਫੌਜ ਨੂੰ ਆਧੁਨਿਕ ਇਕਵਿਪਮੈਂਟਸ ਦੇਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਏਗੀ ਕਿ ਕੇਂਦਰ ਸਰਕਾਰ ਦੇ ਵਿੱਚ ਮੋਦੀ ਉਹਨਾਂ ਬੈਠੇ ਨੇ, ਉਹਨਾਂ ਦੀ ਕੀ ਕੰਮ ਹੈ? ਸ਼ਾਇਦ ਮੈਨੂੰ ਲੱਗਦਾ ਗਰੰਟੀਆਂ ਦੇ ਵੇਲੇ ਕੇਜਰੀਵਾਲ ਖੁਦ ਵੀ ਕਨਫਿਊਜ਼ ਹੋ ਜਾਂਦੇ ਵੀ ਹੁਣ ਮੈਂ ਕਿਹੜੀ ਗਰੰਟੀ ਦੇਵਾਂ, ਤੇ ਇਸ ਕਰਕੇ ਗਰੰਟੀ ਪ੍ਰੋਜੈਕਟ ਨੂੰ ਬਿਨਾਂ ਵੇਚੇ ਉਹ ਦੇਈ ਜਾਂਦੇ ਨੇ, ਔਰ ਉਹ ਗਰੰਟੀ ਦਾ ਮਤਲਬ ਕੀ ਹੈ ਉਹ ਵੀ ਨਹੀਂ ਸਮਝ ਆ ਰਿਹਾ। ਪਰ ਹੋ ਸਕਦਾ ਕਈ ਵਾਰ ਜ਼ਬਾਨ ਫਿਸਲ ਜਾਂਦੀ ਹੋਏ, ਹੋ ਸਕਦਾ ਹੈ ਬਾਰ-ਬਾਰ ਡਿਸੀਜਨ ਲੈਣੇ ਪੈਣ ਕਿ ਕਈ ਵਾਰ ਭਗਵੰਤ ਮਾਨ ਨੂੰ ਘੋੜੀ ਚੜਾਉਣਾ ਹੈ, ਫਿਰ ਘੋੜੀ ਦਾ ਸਵਾਰ ਦੂਜਾ ਆ ਜਾਂਦਾ ਹੈ ਤੇ ਫਿਰ ਦੂਜੇ ਨੂੰ ਘੋੜੀ ਚਲਾਉਣਾ ਹੈ। ਇਹਨਾਂ ਗੱਲਾਂ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਆਮ ਆਦਮੀ ਪਾਰਟੀ ਕਨਫਿਊਜ਼ ਨਜ਼ਰ ਆਉਂਦੀ ਹੈ। ਪਰ ਹਾਂ, ਮਜੀਠੀਆ ਉਹਨਾਂ ਦੀ ਗੱਲ ਕਰੀਏ, ਮੈਂ ਤੁਸੀਂ ਜਦੋਂ ਇਹ ਗੱਲ ਸ਼ੁਰੂ ਕਰੋਗੇ, ਮੈਂ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ, ਮੇਰੇ ਸਾਹਮਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟਸ ਦਾ ਹੌਲੀਡੇ ਕੈਲੰਡਰ ਹੈ, ਜਿਹਦੇ ਵਿੱਚ ਜਿਹੜੀ 25 ਤਰੀਕ ਵਾਲੀ ਕੱਲ ਦੀ ਹੈ, ਸੈਟਰਡੇ, ਕ੍ਰਿਸਮਸ ਦੀ ਛੁੱਟੀ ਹੈ, ਕੁਦਰਤੀ ਤੌਰ ਤੇ ਹੋਣੀ ਹੈ। ਅੱਗੇ ਜਾ ਕੇ ਸੰਡੇ ਆਉਂਦਾ, ਲੇਕਿਨ ਨਾਲ ਜੋੜ ਮੇਲਾ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲਾ ਜਿਹੜਾ ਉਹਦਾ ਜ਼ਿਕਰ ਹੈ। ਫਿਰ ਅਗਲੇ ਬੰਨੇ ਜੋੜ ਮੇਲਾ ਦਸੰਬਰ 27 ਦੀ ਵੀ ਗੱਲ ਆ ਔਰ 28 ਦੀ ਵੀ ਗੱਲ ਆ। ਲਿਸਟ ਆਫ ਹੌਲੀਡੇਜ਼ ਦੇ ਵਿੱਚ ਇਹ ਤੁਸੀਂ ਠੀਕ ਕਹਿ ਰਹੇ ਹੋ, 25, 26, 27, 28 ਇਹ ਛੁੱਟੀਆਂ ਅੰਕਿਤ ਨੇ। ਇਹ ਸੱਚਮੁੱਚ ਬਿਕਰਮ ਸਿੰਘ ਮਜੀਠੀਆ ਦੀ ਜੇ ਇਹ ਸਪੈਸ਼ਲ ਕੇਸ ਵਜੋਂ ਜਿਹੜੀ ਲੀਵ ਜਿਹੜੇ ਹੌਲੀਡੇ ਬੈਂਚ ਹੁੰਦੇ ਆ ਬਣਾਏ ਵੱਖਰੇ ਤੌਰ ਤੇ, ਜੱਜਸ ਹੁੰਦੇ ਆ, ਜੇ ਉਹਨਾਂ ਕੋਲ ਨਹੀਂ ਜਾਂਦੀ, ਜੇ ਇਹ ਰਜਿਸਟਰੀ ਦੇ ਵਿੱਚੋਂ, ਹਾਈ ਕੋਰਟ ਰਜਿਸਟਰੀ ਦੇ ਵਿੱਚੋਂ ਅੱਗੇ ਸੁਣਵਾਈ ਲਈ ਨਹੀਂ ਵੱਧਦੀ ਇਹ ਪਟੀਸ਼ਨ, ਤਾਂ ਫਿਰ ਮੁਸ਼ਕਲ ਤਾਂ ਵਧੂਗੀ। ਜੀ ਕੀ ਕਹਿ ਰਹੇ ਸੀ? ਬਿਲਕੁਲ ਉਹ ਜਿਸ ਤਰ੍ਹਾਂ ਮਜੀਠੀਆ ਉਹਨਾਂ ਦੀ ਮੁਸੀਬਤਾਂ ਦੀ ਗੱਲ ਕਰਦੇ ਹੋਏ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਅੰਡਰਗਰਾਉਂਡ ਰਹਿਣਾ ਹੁਣ ਮਜੀਠੀਆ ਉਹਨਾਂ ਵਾਸਤੇ ਕੋਈ ਸੌਖਾ ਨਹੀਂ ਹੈਗਾ। ਕਾਰਨ ਕਿ ਜਿੰਨਾ ਕੁ ਟਾਈਮ ਉਹ ਅੰਡਰਗਰਾਉਂਡ ਰਹਿਣਗੇ, ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਵਨ ਸਾਈਡਡ ਚੱਲਦੀ ਰਹੇਗੀ। ਔਰ ਉਹ ਅਗਰ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ ਔਰ ਆਪਣੇ ਆਪ ਨੂੰ ਪੁਰਜ਼ੋਰ ਤਰੀਕੇ ਨਾਲ ਡਿਫੈਂਡ ਨਹੀਂ ਕਰਦੇ, ਤੇ ਇਹ ਵੀ ਗੱਲ ਉਹਨਾਂ ਦੇ ਖਿਲਾਫ ਜਾਏਗੀ। ਔਰ ਜਦ ਤੁਸੀਂ ਐਂਟੀਸਿਪੇਟਰੀ ਬੇਲ ਦੀ ਅਗਲੀ ਵਾਰ ਅਰਜੀ ਲਾਓਗੇ ਵੀ ਹਾਈ ਕੋਰਟ ਦੇ ਵਿੱਚ, ਤੇ ਇਹ ਇਨਵੈਸਟੀਗੇਸ਼ਨ ਜੁਆਇਨ ਨਾ ਕਰਨਾ, ਅੰਡਰਗਰਾਉਂਡ ਹੋ ਜਾਣਾ, ਇਹ ਗੱਲਾਂ ਕਈ ਵਾਰ ਜੋ ਆਰੋਪੀ ਹੁੰਦਾ ਉਹਦੇ ਖਿਲਾਫ ਚਲੀ ਜਾਂਦੀ ਹੁੰਦੀ ਹੈ। ਪਰ ਚਲੋ ਅਦਾਲਤ ਦੇ ਫੈਸਲੇ ਹੈਗੇ ਆ, ਅਦਾਲਤ ਇਸ ਮੁੱਦੇ ਦੇ ਉੱਤੇ ਕੀ ਰੁਖ ਲੈਂਦੀ ਹੈ ਹੁਣ ਤੇ ਹਾਈ ਕੋਰਟ ਤੇ ਉਸ ਫੈਸਲੇ ਤੋਂ ਬਾਅਦ ਹੀ ਪਤਾ ਲੱਗੇਗਾ
ਕਿ ਅਰਜੀ ਖਾਰਿਜ ਹੁੰਦੀ ਹੈ ਜਾਂ ਫਿਰ ਐਕਸੈਪਟ ਤੁਸੀਂ ਐਕਸੈਪਟ। ਤੁਸੀਂ ਭਾਸਕਰ ਸਾਹਿਬ ਜਦੋਂ ਇਹ ਗੱਲ ਕਰ ਰਹੇ ਹੋ, ਇਹ ਗੱਲ ਵਾਕਈ ਅਹਿਮ ਆ ਕਿ ਇੱਕ ਕਚਹਿਰੀ ਉਹ ਜਿਹਦੇ ਚ ਪਟੀਸ਼ਨਰ ਨੇ ਆਪਣਾ ਹੱਕ ਰੱਖਣਾ ਹੈ ਜਾ ਕੇ ਕਿ ਮੇਰਾ ਸੰਵਿਧਾਨਕ ਹੱਕ ਮੈਨੂੰ ਜ਼ਮਾਨਤ ਐਂਟੀਸਪੇਟਰੀ ਹੋਵੇ ਜਾਂ ਰੈਗੂਲਰ ਬੇਲ ਹੋਵੇ, ਲੇਕਿਨ ਦੂਜੇ ਬੰਨੇ ਇੱਕ ਸਮਾਨਾਂਤਰ ਅਦਾਲਤ ਆ ਲੋਕਾਂ ਦੀ। ਇਲੈਕਸ਼ਨ ਦੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਚੁੰਝ ਚਰਚਾ ਉਹਦਾ ਆਪਣਾ ਬੜਾ ਵੱਡਾ ਅਸਰ ਆ। ਤੁਸੀਂ ਇੱਕ ਕਦਮ ਅੱਗੇ ਪੁੱਟਦੇ ਹੋ, 4 ਕਦਮ ਪਿਛਾਂਹ ਜਾਂਦੇ ਆ ਜਦੋਂ ਕੋਈ ਉਲਟ ਹਾਲਾਤ ਹੋਣ, ਇਹ ਸਾਰੇ ਜਾਣਦੇ ਆ। ਅਕਾਲੀ ਦਲ ਲਈ ਮੁਸ਼ਕਲਾਂ ਚੋਂ ਉੱਭਰਨਾ ਟੇਢੀ ਖੀਰ ਸਾਬਤ ਹੋ ਰਿਹਾ ਸੀ, ਲਗਾਤਾਰ ਐਫਰਟਸ ਲੱਗ ਰਹੇ ਸੀਗੇ, ਲੇਕਿਨ ਹੁਣ ਇਹ ਸਥਿਤੀ ਹੈ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਦੇਰ ਤੱਕ ਰੂਪੋਸ਼ ਰਹਿੰਦੇ ਨੇ ਤਾਂ ਇਹ ਸੁਖਾਲਾ ਨਹੀਂ ਹੋਊਗਾ ਜਸਟੀਫਾਈ ਕਰਨਾ ਅਕਾਲੀ ਦਲ ਲਈ ਆਖਰ ਕਿਉਂ ਰੂਪੋਸ਼ ਨੇ। ਠੀਕ ਹੈ, ਸੰਵਿਧਾਨਕ ਹੱਕ ਲੈਣ ਲਈ ਜਾਂ ਉਹ ਪੁਲਿਸ ਕੋਲ ਜਾਣ ਦੀ ਬਜਾਏ ਪਹਿਲਾਂ ਚਾਹਣਗੇ ਕਿ ਮੇਰੀ ਗੱਲ ਸਿਆਸੀ ਬਦਲਾਖੋਰੀ ਵਾਲੀ ਅਦਾਲਤਾਂ 'ਚ ਸੁਣੀ ਜਾਵੇ, ਮੈਨੂੰ ਐਂਟੀਸਪੇਟਰੀ ਬੇਲ ਮਿਲ ਜੇ, ਮੈਂ ਅਦਾਲਤ ਦੇ ਆਰਡਰ ਦੇ ਉੱਤੇ ਇਨਵੈਸਟੀਗੇਸ਼ਨ ਜੁਆਇਨ ਕਰਾਂ। ਲੇਕਿਨ ਜੇਕਰ ਇਹ ਡਿਲੇ ਹੁੰਦੀ ਆ ਜਾਂ ਸੁਣਵਾਈ ਤੋਂ ਬਾਅਦ ਅਰਜ਼ੀ ਖਾਰਜ ਹੁੰਦੀ ਆ ਮਾਣਯੋਗ ਉੱਚ ਅਦਾਲਤ ਵਿੱਚੋਂ, ਮੈਂ ਜੇ ਕਹਿ ਰਿਹਾ ਅਸੀਂ ਅਦਾਲਤਾਂ ਦੇ ਵਿੱਚ ਦਖਲ ਨਹੀਂ ਦੇ ਸਕਦੇ, ਨਾ ਬੋਲ ਹੀ ਸਕਦੇ ਆ, ਨਾ ਅਸੀਂ ਕਹਿ ਰਹੇ ਆ, ਨਾ ਸਾਡੀ ਕੋਈ ਪਰਸੈਪਸ਼ਨ ਆ, ਜੇ ਹੁੰਦੀ ਆ ਤਾਂ ਫਿਰ ਇਹਦੇ ਕਾਫੀ ਨਤੀਜੇ ਅਕਾਲੀ ਦਲ ਲਈ ਔਰ ਬਿਕਰਮ ਮਜੀਠੀਆ ਲਈ ਖਰਾਬ ਰਹਿਣ ਵਾਲੇ। ਜੀ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਜਦ ਤੁਸੀਂ ਕਾਫੀ ਦੇਰ ਤੱਕ ਅਦਾਲਤ ਦੀ ਅਰਜੀ ਕਰਕੇ ਆਪਣੇ ਆਪ ਨੂੰ ਅੰਡਰਗਰਾਉਂਡ ਰੱਖਦੇ ਹੋ ਤੇ ਤੁਹਾਡੇ ਖਿਲਾਫ ਇੱਕ ਪਰਸੈਪਸ਼ਨ ਤਿਆਰ ਹੁੰਦੀ ਹੈ ਜੋ ਆਲਰੇਡੀ ਹੈ। ਜਦ ਅਸੀਂ ਗੱਲ ਕਰਦੇ ਹਾਂ ਕਿ ਅਕਾਲੀ ਦਲ ਨੂੰ ਵੀ ਜਾਂ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਵੀ ਲੋਕਾਂ ਦੀ ਅਦਾਲਤ ਦੇ ਵਿੱਚ ਬਹੁਤੀ ਸਿੰਪਥੀ ਨਹੀਂ ਮਿਲ ਰਹੀ, ਤੇ ਉਹ ਸਿੰਪਥੀ ਹੋਰ ਇੱਕ ਤਰੀਕੇ ਨਾਲ ਘਟ ਜਾਂਦੀ ਹੈ ਜਦ ਤੁਸੀਂ ਅਦਾਲਤ ਤੋਂ ਭੱਜਦੇ ਹੋ ਜਾਂ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ ਤੋਂ ਭੱਜਦੇ ਹੋ। ਉਹ ਵੀ ਤਦ ਹਫ਼ਤੇ 10 ਦਿਨ ਪਹਿਲੇ ਤੱਕ ਤੁਸੀਂ ਬੜਕਾ ਮਾਰਦੇ ਸੀ ਵੀ ਆ ਜਾਓ ਨਵਜੋਤ ਸਿੰਘ ਸਿੱਧੂ ਅਦਾਲਤ ਵਿੱਚ ਆਓ, ਦੇਖੂੰਗਾ ਅਗਰ ਸਾਡੇ ਖਿਲਾਫ ਕੇਸ ਕਿਉਂ ਨਹੀਂ ਕਰਦੇ, ਸਿਰਫ ਇਹ ਗੱਲਾਂ ਕਿਉਂ ਕਰਦੇ ਹੋ। ਮਤਲਬ ਇਹ ਸਾਰੀ ਗੱਲਾਂ ਤੋਂ ਬਾਅਦ ਅਚਾਨਕ ਹੀ ਤੁਸੀਂ ਭੱਜ ਜਾਂਦੇ ਹੋ ਉਸ ਇਨਵੈਸਟੀਗੇਸ਼ਨ ਤੋਂ। ਕੇਸ ਝੂਠਾ ਹੈ ਤੇ ਆ ਕੇ ਸਾਹਮਣੇ ਫੇਸ ਕਰੋ, ਜੇ ਕੇਸ ਸੱਚਾ ਹੈ ਤੇ ਫਿਰ ਚਲੋ ਅਦਾਲਤੀ ਕਾਰਵਾਈ ਤੇ ਚਲੇਗੀ, ਲੇਕਿਨ ਕਿਸੇ ਨਾ ਕਿਸੇ ਜਗ੍ਹਾ ਪਰਸੈਪਸ਼ਨ ਇਹਦੇ ਤੋਂ ਖਰਾਬ ਹੀ ਹੁੰਦੀ ਹੈ ਜਦ ਤੁਸੀਂ ਇਨਵੈਸਟੀਗੇਸ਼ਨ ਤੋਂ ਜਾਂ ਕੇਸ ਦਰਜ ਕਰਨ ਤੋਂ ਬਾਅਦ ਅੰਡਰਗਰਾਉਂਡ ਹੋ ਜਾਂਦੇ। ਭਾਸਕਰ ਸਾਹਿਬ ਜਾਂਦੇ ਜਾਂਦੇ ਮੈਨੂੰ ਹੁਣ ਉਹ ਚਾਨਣਾ ਕਾਂਗਰਸ ਦੀ ਅੰਦਰਲੀ ਪੋਲਿਟਿਕਸ ਤੇ ਪਾ ਦਿਓ। ਇੱਕ ਪਾਸੇ ਸਕਰੀਨਿੰਗ ਕਮੇਟੀ ਇਹ ਦੇਖ ਰਹੀ ਹੈ ਕਿ ਕਿਹਦੀ ਟਿਕਟ ਕੱਟੀ ਜਾਣੀ ਹੈ, ਕਿਹਨੂੰ ਦਿੱਤੀ ਜਾਣੀ ਹੈ। ਇੱਕ ਬੰਨੇ ਇਹ ਕਹਿਤਾ ਜਾਂਦਾ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਹੀ ਟਿਕਟ ਮਿਲੇਗੀ। ਉਸੇ ਵੇਲੇ ਹੀ 7-8 ਵੱਡੇ ਪਰਿਵਾਰ ਆ, ਉਹਨਾਂ ਦਾ ਸੰਕਟ ਖੜਾ ਹੋ ਜਾਂਦਾ। ਹੁਣ ਚਲੋ ਭਾਣਾ ਤਾਂ ਮੰਨਣਾ ਹੀ ਪੈਣਾ ਜੇ ਇਹ ਗੱਲ ਇਵੇਂ ਹੀ ਵੱਧਦੀ ਹੈ, ਲੇਕਿਨ ਨਵਜੋਤ ਸਿੰਘ ਸਿੱਧੂ ਸਮਾਨਾਂਤਰ ਜਿੱਥੇ ਜਿੱਥੇ ਵੀ ਰੈਲੀਆਂ 'ਚ ਜਾ ਰਹੇ ਆ ਉੱਥੇ ਉਹ ਪਿੱਠ ਥਾਪੜਦੇ ਜਾ ਰਹੇ ਆ ਆਪਣੇ ਕੈਂਡੀਡੇਟਸ ਦੀ, ਜਿਨ੍ਹਾਂ ਦੇ ਖਿਲਾਫ ਕੋਈ ਨਾ ਕੋਈ ਕੈਂਡੀਡੇਟ ਪਹਿਲਾਂ ਤੋਂ ਹੀ ਦਾਅਵਾ ਖੜਾ ਕਰਕੇ ਬੈਠਾ ਹੈ। ਸੋ ਇਹ ਪਾਰਟੀ ਦੇ ਅੰਦਰੂਨੀ ਜਿਹੜੇ ਸੰਕਟ ਆ ਇਹਨਾਂ ਤੋਂ ਇਹ ਪਾਰ ਪਾ ਲੈਣਗੇ। ਤੁਹਾਨੂੰ ਲੱਗਦਾ ਇਹਦੇ ਤੇ ਚਾਨਣਾ ਪਾਓ ਜ਼ਰਾ, ਕਿਉਂਕਿ ਤੁਸੀਂ ਅੰਦਰਲੇ ਗਲਿਆਰਿਆਂ 'ਚ ਝਾਕਦੇ ਰਹਿੰਦੇ ਹੋ ਪੁੱਠਾ ਸਿੱਧਾ। ਔਖਾ ਹੈ, ਬਹੁਤ ਔਖਾ ਹੈ, ਖਾਸ ਕਰ ਉਹਨਾਂ ਆਗੂਆਂ ਵਾਸਤੇ ਜਿਨ੍ਹਾਂ ਨੇ ਆਪਣੇ ਕਾਕਿਆਂ ਦੀ ਦਸਤਾਰਬੰਦੀ ਕੀਤੀ ਹੋਈ ਹੈ ਇਲੈਕਸ਼ਨ ਲੜਾਉਣ ਵਾਸਤੇ। ਔਰ ਇੱਦਾਂ ਦੇ ਲਿਸਟ ਜਦ ਆਪਾਂ ਦਿੰਦੇ ਹਾਂ 3-4 ਬੰਦਿਆਂ ਦੇ ਨਾਂ ਲੈਂਦੇ ਹਾਂ, ਲੇਕਿਨ ਇੱਦਾਂ ਦੀ ਲਿਸਟ ਘੱਟ ਤੋਂ ਘੱਟ 10 ਬੰਦਿਆਂ ਦੀ ਹੈਗੀ ਹੈ, ਭਾਵੇਂ ਉਹ ਰਜਿੰਦਰ ਕੌਰ ਭੱਠਲ ਹੋਣਾ ਹੋਣ, ਭਾਵੇਂ ਉਹ ਬ੍ਰਹਮ ਮਹਿੰਦਰਾ ਹੋਣ, ਜਾਂ ਫਿਰ ਜੀਪੀ ਦੀ ਗੱਲ ਤੇ ਚਲੋ ਉਹ ਤੇ ਖੁਦ ਹੀ ਇੱਕ ਸਿਟਿੰਗ ਐਮਐਲਏ ਹੈਗੇ ਆ। ਸਰਦਾਰ ਲਾਲ ਸਿੰਘ ਹੈ, ਰਾਣਾ ਗੁਰਜੀਤ ਸਿੰਘ ਹੈ, ਲਾਲ ਸਿੰਘ ਹੈ, ਬਾਜਵਾ ਭਰਾ ਨੇ। ਔਰ ਤੁਸੀਂ ਜੇ ਸੁਨੀਲ ਜਾਖੜ ਆਪਣੇ ਨਾਲ ਆਪਣੇ ਭਤੀਜੇ ਵੱਲੋਂ ਵੀ ਐਡਵੋਕੇਸੀ ਕਰਨਗੇ, ਮੇਰਾ ਖਿਆਲ ਆ ਉਹ ਆਪਣੀ ਟਿਕਟ ਬਾਰੇ ਪਤਾ ਨਹੀਂ ਉਹ ਮੰਗ ਰਹੇ ਆ ਕਿ ਨਹੀਂ ਮੰਗ ਰਹੇ, ਲੇਕਿਨ ਉਹਨਾਂ ਦਾ ਭਤੀਜੇ ਦੀ ਗੱਲ ਚੱਲਦੀ ਹੈ। ਲਾਲ ਸਿੰਘ ਆ ਉਹਨਾਂ ਦੇ ਪੁੱਤਰ ਆ। ਤੁਸੀਂ ਹੋਰ ਵੀ ਕੁਝ ਨਾਂ ਲੈ ਰਹੇ ਸੀ। ਜਦ ਤੁਸੀਂ ਇਹ ਫੈਸਲਾ ਲੈ ਲੈਂਦੇ ਹੋ 1 ਫੈਮਿਲੀ 1 ਟਿਕਟ, ਤੇ ਕਈਆਂ ਦੀ ਧੜਕਣ ਦਿਲਾਂ ਦੀ ਸਲੋ ਹੋ ਜਾਂਦੀ ਹੈ। ਔਰ ਉਹ ਫੈਸਲਾ ਇੱਕ ਵਾਰ ਤੇ ਲਿੱਤਾ ਗਿਆ, ਪਰ ਕਈ ਵਾਰ ਕਾਂਗਰਸ ਆਪਣੇ ਹੀ ਲਿੱਤੇ ਹੋਏ ਫੈਸਲੇ ਦੇ ਉੱਤੇ ਦੁਬਾਰਾ ਵਿਚਾਰ ਕਰਨ ਦੇ ਵਾਸਤੇ ਮਜਬੂਰ ਹੋ ਜਾਂਦੀ ਹੈ, ਜੋ ਉਹਨਾਂ ਨੂੰ ਸਰਕਮਸਟੈਂਸਿਸ ਦਾ ਕਹਿੰਦੇ ਨੇ। ਤੁਹਾਨੂੰ ਯਾਦ ਹੈ ਕਾਂਗਰਸ ਦੇ ਵਿੱਚ ਵੀ ਜਾਂ ਹੋਰ ਪਾਰਟੀਆਂ ਦੇ ਵਿੱਚ ਵੀ ਹਮੇਸ਼ਾ ਤੋਂ ਇੱਕ ਪ੍ਰਿੰਸੀਪਲ ਬਣਿਆ ਸੀਗਾ 1 ਮੈਨ 1 ਪੋਸਟ। ਉਸ ਚੀਜ਼ ਨੂੰ ਵੀ ਕਈ ਵਾਰ ਦਰਕਿਨਾਰੇ ਕੀਤਾ ਗਿਆ। ਉਸ ਤੋਂ ਇਲਾਵਾ ਬੀਜੇਪੀ ਨੇ ਵੀ ਇੱਕ ਫੈਸਲਾ ਲਿੱਤਾ ਸੀਗਾ ਕਿ 70 ਸਾਲ ਤੋਂ ਉੱਤੇ ਵਾਲੇ ਲੀਡਰਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਨਾ ਇਲੈਕਸ਼ਨ ਦੇ ਵਿੱਚ ਲੜਾਵਾਂਗੇ, ਨਾ ਔਰ ਉਹਨਾਂ ਨੂੰ ਕੋਈ ਮੰਤਰੀ ਬਣਾਵਾਂਗੇ। ਇਹਦੇ ਉੱਤੇ ਵੀ ਕਈ ਵਾਰ ਦੇਖਿਆ ਹੈ ਕਿ ਬੀਜੇਪੀ ਆਪਣੇ ਹੀ ਕੀਤੇ ਹੋਏ ਫੈਸਲੇ ਤੋਂ ਡੈਵੀਏਟ ਹੁੰਦੀ ਹੋਈ ਨਜ਼ਰ ਆਉਂਦੀ ਹੈ। ਪਰ ਚਲੋ ਕਾਂਗਰਸ ਦੀ ਸਕਰੀਨਿੰਗ ਕਮੇਟੀ, ਪਹਿਲੀ ਸਕਰੀਨਿੰਗ ਕਮੇਟੀ ਦੇ ਵਿੱਚ ਸਭ ਤੋਂ ਪਹਿਲਾ ਫੈਸਲਾ ਹੀ ਆਇਆ ਹੋਇਆ 1 ਫੈਮਿਲੀ 1 ਟਿਕਟ। ਪਰ
ਪਰ ਸਰ ਇੱਕ ਚੀਜ਼ ਨਾਲ ਲੈ ਲਿਓ, ਇੱਕ ਸਵਾਲ ਲੈ ਲਿਓ, ਫੈਸਲਾ ਤੇ ਕਰ ਲਿਆ ਪਰ ਐਤਕੀ ਟਿਕਟਾਂ ਦੇਣ ਵਾਲੇ ਬੜੇ ਆ। ਅੱਗੇ ਤੇ ਹੁੰਦਾ ਸੀ ਨਾ ਪਾਰਟੀਆਂ ਦੋ 117 ਬੰਦੇ ਅਬਲਾਈਜ਼ ਹੋਣੇ, ਉਹ ਪਰਲੇ ਬੰਨੇ ਕੈਪਟਨ ਅਮਰਿੰਦਰ ਸਿੰਘ ਸਿਸਵਾਂ 'ਚ ਬੈਠੇ ਇਹਨਾਂ ਵੱਲ ਹੀ ਵੇਖਣ ਡੇ। ਇਹੀ ਸ਼ਾਇਦ ਸੰਕਟ ਹੈ, ਜੇ ਇਹ ਫੈਸਲਾ ਬਦਲਣਾ ਪਿਆ ਤੇ ਇਸ ਕਰਕੇ ਬਦਲਣਾ ਪੈਣਾ ਕਿ ਬੀਜੇਪੀ ਦੀ ਟਿਕਟ ਅਵੇਲੇਬਲ ਆ, ਆਓ ਲੈ ਜਾਓ। ਦੂਜੇ ਪਾਸੇ ਬੀਜੇਪੀ ਵਾਲੇ ਆਪਣੀ ਪਾਰਟੀ ਦੇ ਵਿੱਚ ਵਿਦ ਫੈਮਿਲੀ ਬੁਲਾਉਣ ਨੂੰ ਤਿਆਰ ਨੇ। ਜੇ ਕਾਂਗਰਸ ਵਾਲੇ ਵਨ ਫੈਮਿਲੀ ਵਨ ਪੋਸਟ ਹੈ ਤੇ ਬਹੁਤ ਸਾਰੇ ਕੈਂਡੀਡੇਟ ਜਾਂ ਬਹੁਤ ਸਾਰੇ ਕਾਂਗਰਸ ਦੇ ਆਗੂ ਜਿਨ੍ਹਾਂ ਦੇ ਬਾਰੇ ਚ ਅਸੀਂ ਕਹਿੰਦੇ ਆ ਕਿ ਉਹ ਭਾਜਪਾ ਦਾ ਰੁਖ ਦੇਖ ਸਕਦੇ ਨੇ ਜਾਂ ਭਾਜਪਾ ਦਾ ਰੁਖ ਅਪਣਾ ਸਕਦੇ ਨੇ, ਉਹਦੇ ਵਿੱਚੋਂ ਇਹ ਫੈਮਿਲੀ ਇਨਵੀਟੇਸ਼ਨ ਹੈਗਾ। ਇਹ ਪੂਰੀ ਦੀ ਪੂਰੀ ਫੈਮਿਲੀ ਨੂੰ ਵੀ ਐਡਜਸਟ ਕਰਨ ਦੀ ਗੱਲਾਂ ਚੱਲ ਰਹੀ, ਕਿਉਂਕਿ ਬੀਜੇਪੀ ਕੋਲ ਵੈਕੈਂਸੀਆਂ ਹੀ ਬੜੀ ਹੈ। ਕਹਿ ਬੈਠੇ ਆਪਾਂ 117 ਸੀਟਾਂ ਤੇ ਲੜਾਂਗੇ, ਪਰ ਕੈਂਡੀਡੇਟ 117 ਦੇ ਵਿੱਚ ਉਹ ਵੀ ਵਿਨੇਬਿਲਿਟੀ ਨੂੰ ਦੇਖਦੇ ਹੋਏ ਬੜੇ ਔਖੇ ਹੈ। ਤੇ ਇਸ ਕਰਕੇ ਜਿਹੜੇ ਲੀਡਰਾਂ ਨੇ ਆਪਣੇ ਕਾਕਿਆਂ ਦੀ ਦਸਤਾਰਬੰਦੀ ਕੀਤੀ ਹੋਈ ਹੈ ਇਲੈਕਸ਼ਨ ਲੜਾਉਣ ਵਾਸਤੇ, ਤੇ ਫਿਰ ਉਹ ਉਸ ਪਾਸੇ ਵੀ ਜਾ ਸਕਦੇ ਨੇ। ਪਰ ਚਲੋ ਹਜੇ ਤਾਂ ਬਹੁਤ ਜਲਦੀ ਹੈਗੀ ਹੈ, ਕਿਉਂਕਿ ਸਿੱਧੂ ਸਾਹਿਬ ਜਿਸ ਜਗ੍ਹਾ ਵੀ ਟਿਕਟ ਨੂੰ ਲੈ ਕੇ ਆਪਣੇ ਭਰਾ ਆਪਣੇ ਬੇਟੇ ਵਾਸਤੇ ਰਫੜ ਪੈ ਰਿਹਾ, ਉੱਥੇ ਉਹ ਸਿਟਿੰਗ ਐਮਐਲਏ ਦੇ ਨਾਲ ਜਾ ਕੇ ਖੜ ਜਾਂਦੇ ਨੇ। ਭਾਵੇਂ ਨਵਤੇਜ ਚੀਮਾ ਹੋਏ ਸੁਲਤਾਨਪੁਰ ਲੋਧੀ ਤੋਂ, ਉੱਥੇ ਵੀ ਉਹ ਕਹਿੰਦੇ ਨੇ ਵੀ ਆਹ ਮੁੰਡੇ ਨੂੰ ਜਿਤਾ ਦਿਓ, ਆਹ ਮੁੰਡੇ ਨੂੰ ਮੈਂ ਮੰਤਰੀ ਬਣਾਉਂਗਾ। ਦੂਜੇ ਪਾਸੇ ਜੀਪੀ ਜਿੱਥੇ ਚੰਨੀ ਉਹਨਾਂ ਦੇ ਭਰਾ ਡਾਕਟਰ ਮਨੋਹਰ ਸਿੰਘ ਆਪਣੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਆ ਕਿ ਵੀ ਟਿਕਟ ਉਹਨੂੰ ਮਿਲੇ, ਲੇਕਿਨ ਉੱਥੇ ਵੀ ਸਿੱਧੂ ਉਹਨਾਂ ਜਾ ਕੇ ਖੜ ਜਾਂਦੇ ਨੇ। ਤੇ ਖੜਦੇ ਵੀ ਕੀ ਨੇ, ਉਹ ਤੇ ਵਰਚੁਅਲੀ ਕੈਂਡੀਡੇਚਰ ਹੀ ਅਨਾਉਂਸ ਕਰ ਦਿੰਦੇ ਨੇ ਵੀ ਆਹ ਮੇਰਾ ਭਰਾ ਜੀਪੀ, ਇਹਨੂੰ ਜਿਤਾ ਦਿਓ। ਤੇ ਫਤਿਹ ਸਿੰਘ ਬਾਜਵਾ ਭੁੱਲ ਗਏ। ਫਤਿਹ ਸਿੰਘ ਬਾਜਵਾ ਉੱਥੇ ਰਫੜ ਪਿਆ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਦਾ, ਯਾਨੀ ਪ੍ਰਤਾਪ ਸਿੰਘ ਬਾਜਵਾ ਦਾ। ਉਹ ਕਹਿੰਦੇ ਮੈਂ ਤੇ ਕਾਦੀਆਂ ਤੋਂ ਹੀ ਲੜੂੰਗਾ, ਭਰਾ ਕਹਿੰਦਾ ਨਾ ਮੈਂ ਤੇ ਨਾ ਆਂਦੂ। ਪਰ ਇਸ ਲੜਾਈ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਹੋਣਾ ਫਤਿਹ ਸਿੰਘ ਬਾਜਵਾ ਦੇ ਨਾਲ ਖੜੇ ਨਜ਼ਰ ਆਉਂਦੇ ਨੇ। ਯਾਨੀ ਮੈਨੂੰ ਲੱਗਦਾ ਸਿੱਧੂ ਉਹਨਾਂ ਨੇ ਮਿੱਥ ਲਿਆ ਕਿ ਜਿੱਥੇ ਉਹਨਾਂ ਦੇ ਕਦੀ ਵਿਰੋਧ ਵਿੱਚ ਰਹੇ ਹੋਏ ਬੰਦੇ ਕਿਸੇ ਤਰੀਕੇ ਨਾਲ ਵੀ ਟਿਕਟ ਤੇ ਅੱਖ ਰੱਖਦੇ ਨੇ, ਉੱਥੇ ਪਹਿਲੇ ਜਾ ਕੇ ਖੜ ਜਾਓ। ਔਰ ਜਿਹੜੇ ਸਿਟਿੰਗ ਐਮਐਲਏ ਹੈਗੇ ਆ ਉਹਨਾਂ ਦੀ ਟਿਕਟ ਪੱਕੀ ਕਰਨ ਦੇ ਇੱਕ ਤਰੀਕੇ ਨਾਲ ਅਨਾਉਂਸਮੈਂਟ ਕਰ ਦਿਓ, ਕਿਉਂਕਿ ਜਦ ਕਦੀ ਬਾਅਦ ਚੋਂ ਰਫੜ ਪਏਗਾ ਉਹਨਾਂ ਨੂੰ ਤੇ ਸਿੱਧੂ ਉਹਨਾਂ ਬੜੇ ਪਿਆਰੇ ਲੱਗਣਗੇ ਕਿ ਆਹੀ ਬੰਦਾ ਹੈ ਸਾਡਾ ਭਰਾ ਧੋਖਾ ਦੇ ਰਿਹਾ ਸੀਗਾ, ਪਰ ਆਹ ਬੰਦਾ ਨਵਾਂ ਭਰਾ ਜਿਹੜਾ ਸਾਡਾ ਬਣਿਆ ਇਹ ਸਾਡੇ ਨਾਲ ਆ ਕੇ ਖੜ ਗਿਆ। ਇਹ ਵੀ ਇੱਕ ਰਾਜਨੀਤੀ ਦਾ ਹੀ ਹਿੱਸਾ ਹੈ, ਪਰ ਇਹ ਰਾਜਨੀਤੀ ਦਾ ਹਿੱਸਾ, ਇਹ ਰਾਜਨੀਤੀ ਦਾ ਨਵਾਂ ਰੰਗ ਕਿੰਨਾ ਕੁ ਚੰਨ ਚਾੜਦਾ ਹੈ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੂ। ਚਲੋ ਅੱਜ ਹੁਣ ਛੱਡ ਦਿੰਨੇ ਇਸ ਗੱਲ ਨੂੰ। ਵੈਸੇ ਦਿਲਚਸਪ ਨੇ ਚੀਜ਼ਾਂ ਬਹੁਤ ਦਿਲਚਸਪ ਨੇ। ਨਵਜੋਤ ਸਿੰਘ ਸਿੱਧੂ ਨੇ ਫੈਸਲਾ ਕਰ ਲਿਆ ਵੀ ਲੜਾਈ ਤਾਂ ਇਦਾਂ ਹੀ ਲੜਨੀ ਹੈ। ਹੁਣ ਕਾਂਗਰਸ ਨੂੰ ਇਹਦੇ ਚੋਂ ਕਿੰਨਾ ਕੁ ਬੈਨੀਫਿਟ ਹੁੰਦਾ, ਕਿੰਨੀ ਇੱਕ ਉਹਨਾਂ ਨੂੰ, ਕਿਉਂਕਿ ਦੇਖੋ ਨਾ ਜੀ ਮੁਕਾਬਲੇ ਬਹੁਤ ਦਿਸ਼ਾਵੀ ਨੇ। ਹੁਣ ਜੇਕਰ ਆਮ ਆਦਮੀ ਪਾਰਟੀ ਦਾ ਕਿਸਾਨ ਜਥੇਬੰਦੀਆਂ ਨਾਲ ਕਿਤੇ ਮੁੱਕ ਹੋ ਜਾਂਦਾ, ਤੁਸੀਂ ਦੇਖੋ ਸੱਟ ਕਿੱਥੇ ਵੱਜਣੀ। ਤੇ ਜੇਕਰ ਅਕਾਲੀ ਦਲ ਵੀ ਆਪਣੇ ਕੈਂਡੀਡੇਟ ਦੇ ਸਿਰ ਤੇ ਲੜਾਈ ਲੜਦਾ ਹੈ ਤਾਂ ਉਹਨਾਂ ਦਾ ਵੀ ਇੱਕ ਆਧਾਰ ਤਾਂ ਹੈਗਾ ਹੀ ਹੈ ਨਾ, ਥੱਲੇ ਦੇ ਪੱਧਰ ਤੇ ਏਡੀ ਛੇਤੀ ਖੁਰਦਾ ਨਹੀਂ ਹੁੰਦਾ। ਹਾਂ ਠੀਕ ਹੈ, ਵੇਵ ਕੋਈ ਨਹੀਂ ਉਹਨਾਂ ਦੇ ਹੱਕ ਦੇ ਵਿੱਚ, ਕੋਈ ਬਹੁਤ ਜ਼ਿਆਦਾ ਇਹ ਨਹੀਂ ਕਿ ਉਹ 60 ਸੀਟਾਂ ਲੈ ਜਾਣ, ਲੇਕਿਨ ਬਹੁਤ ਸੀਟਾਂ ਤੇ ਉਹਨਾਂ ਦਾ ਮੁਕਾਬਲਾ ਅਜੇ ਵੀ ਹੈਗਾ। ਤੇ ਜੇ ਬੀਜੇਪੀ ਬਹੁਤ ਠੀਕ ਠਾਕ ਬੰਦੇ ਲੈ ਆਉਂਦੀ ਆ ਮੈਦਾਨ 'ਚ, ਇਹ ਚਾਰ ਕੋਨੇ ਮੁਕਾਬਲਿਆਂ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ। ਕਾਂਗਰਸ ਜਿਹਨੂੰ ਲੱਗਦਾ ਸੀ ਕਿ ਅਸੀਂ ਸਰਕਾਰ ਸੌਖਿਆਂ ਬਣਾ ਜਾਾਂਗੇ, ਇਸ ਵੇਲੇ ਫਾਈਟ ਦੇ ਵਿੱਚ ਉਹਨਾਂ ਨੂੰ ਜੀ ਤੋੜ ਮਿਹਨਤ ਕਰਨੀ ਪਊ। ਆਪਾਂ ਨਿਸ਼ਾਵਰ ਕਰਨਾ ਪੈਣਾ, ਸੁੱਟਣਾ ਪੈਣਾ, ਝੋਕਣਾ ਪੈਣਾ ਮੈਦਾਨ ਦੇ ਵਿੱਚ। ਭਾਸਕਰ ਸਾਹਿਬ ਦੇਖਾਂਗੇ ਦਿਲਚਸਪੀ ਨਾਲ, ਬਾਹਰੋਂ ਬਹਿ ਕੇ ਵੇਖਣ ਦਾ ਸਵਾਦ ਹੀ ਵੱਖਰਾ। ਤੇ ਜਦੋਂ ਬਹੁਤ ਸਾਰੀਆਂ ਪਾਸਿਆਂ ਤੋਂ ਤੁਹਾਨੂੰ ਜਾਣਕਾਰੀ ਆ ਰਹੀ ਹੋਵੇ, ਉਦੋਂ ਜਦੋਂ ਬਹੁਤ ਸਾਰੀ ਲੀਡਰਸ਼ਿਪ ਨਾਲ, ਬਹੁਤ ਸਾਰੀ ਬਿਊਰੋਕ੍ਰੇਸੀ ਨਾਲ ਤੁਹਾਡੀ ਗੱਲ ਹੋ ਰਹੀ ਹੋਵੇ, ਤੇ ਫਿਰ ਤੁਹਾਡੇ ਅੰਦਰ ਬਹੁਤ ਕੁਝ ਐਸਾ ਹੁੰਦਾ। ਲੇਕਿਨ ਬੜੀ ਵਾਰੀ ਕਈ ਡਿਸਿਪਲਿਨ ਵੀ ਹੁੰਦੇ ਆ, ਕਈ ਜਗ੍ਹਾ ਤੇ ਤੁਸੀਂ ਥੋੜਾ ਲਿਹਾਜ਼ ਵੀ ਕਰ ਜਾਂਦੇ ਹੋ ਕਿ ਬਹੁਤ ਨਿੱਜੀ ਜਾਣਕਾਰੀਆਂ ਹੁੰਦੀਆਂ। ਸੋ ਅਸੀਂ ਜੋ ਸਿਰਫ ਵਾਰਾ ਖਾਂਦਾ ਉਹਨੂੰ ਅੱਗੇ ਵਧਾਉਂਦੇ ਆ ਮੀਡੀਆ ਦੇ ਨਜ਼ਰੀਏ ਤੋਂ, ਆਪਣੀ ਸੀਮਾ ਨਹੀਂ ਉਲੰਘਦੇ, ਕਿਉਂਕਿ ਸਾਡੇ ਉੱਪਰ ਵੀ ਇੱਕ ਡਿਸਿਪਲਿਨ ਹੈ ਜਿਹੜਾ ਅਸੀਂ ਸਵੈ ਉੜਿਆ ਹੋਇਆ, ਆਪਣੇ ਆਪ ਤੇ ਲਾਇਆ ਹੋਇਆ ਡਿਸਿਪਲਿਨ ਆ। ਬਹੁਤ ਮਿਹਰਬਾਨੀ, ਧੰਨਵਾਦ ਜੀ।